प्यारे बच्चों 10+2 ਦੀ ਲਾਜ਼ਮੀ ਪੰਜਾਬੀ ਦੀ ਅੱਜ ਦੀ ਕਲਾਸ ਦੇ ਵਿੱਚ ਤੁਹਾਡਾ ਸਵਾਗਤ ਹੈ। ਇਸ ਕਲਾਸ ਦੇ ਵਿੱਚ ਅੱਜ ਆਪਾਂ ਕਾਰ ਵਿਹਾਰ ਦੇ ਪੱਤਰ ਬਾਰੇ ਗੱਲ ਕਰਾਂਗੇ। ਕਾਰ ਵਿਹਾਰ ਦਾ ਪੱਤਰ ਅਸੀਂ ਪਹਿਲਾਂ ਵੀ ਲਿਖਦੇ ਰਹੇ ਹਾਂ। ਸੰਪਾਦਕ ਨੂੰ ਪੱਤਰ ਲਿਖਿਆ ਹੈ, ਪ੍ਰਿੰਸੀਪਲ ਨੂੰ ਲਿਖਿਆ ਹੈ ਜਾਂ ਆਪਣੇ ਦੋਸਤਾਂ ਮਿੱਤਰਾਂ ਨੂੰ ਲਿਖਿਆ ਹੈ, ਮਾਤਾ ਪਿਤਾ ਨੂੰ ਲਿਖਿਆ ਹੈ। ਪੱਤਰ ਦੋ ਤਰ੍ਹਾਂ ਦੇ ਹੁੰਦੇ ਹੈ, ਇੱਕ ਤਾਂ ਰਸਮੀ, ਇੱਕ ਗੈਰ ਰਸਮੀ। ਰਸਮੀ ਭਾਵ ਫਾਰਮਲ, ਜਿਹੜਾ ਅਸੀਂ ਕੁਝ ਕੁ ਨਿਯਮਾਂ ਦੇ ਅਨੁਸਾਰ ਲਿਖਦੇ ਹਾਂ, ਔਰ ਗੈਰ ਰਸਮੀ ਜਿਹੜਾ ਇਨਫਾਰਮਲ, ਜੋ ਅਸੀਂ ਨਿਯਮਾਂ ਤੋਂ ਬਾਹਰ ਹੋ ਕੇ ਲਿਖਦੇ ਹਾਂ। ਭਾਵ ਜਿਹੜਾ ਜਦੋਂ ਅਸੀਂ ਆਪਣੀ ਪੇਰੈਂਟਸ ਨੂੰ ਚਿੱਠੀ ਲਿਖ ਰਹੇ ਹਾਂ, ਆਪਣੇ ਦੋਸਤਾਂ ਨੂੰ ਚਿੱਠੀ ਲਿਖ ਰਹੇ ਹਾਂ, ਤਾਂ ਉਹ ਚਿੱਠੀ ਸਾਡੀ, ਉਹ ਪੱਤਰ ਸਾਡਾ ਗੈਰ ਰਸਮੀ ਹੋਏਗਾ। ਔਰ ਜਦੋਂ ਅਸੀਂ ਕਿਸੇ ਆਪਣੇ ਕੰਮ ਨਾਲ ਸੰਬੰਧਿਤ ਕਿਸੇ ਪ੍ਰਿੰਸੀਪਲ ਨੂੰ ਜਾਂ ਬੈਂਕ ਦੇ ਮੈਨੇਜਰ ਨੂੰ ਜਾਂ ਕਿਸੇ ਸੰਸਥਾ ਦੇ ਡਾਇਰੈਕਟਰ ਨੂੰ ਜਾਂ ਲਾਇਬ੍ਰੇਰੀ ਦੇ ਲਾਇਬ੍ਰੇਰੀਅਨ ਨੂੰ ਈਵਨ ਚਿੱਠੀ ਲਿਖ ਰਹੇ ਹਾਂ, ਤਾਂ ਉਹ ਸਾਡੀ ਫਾਰਮਲ ਲੈਟਰਸ ਹੁੰਦੀਆਂ ਨੇ। ਹੁਣ ਸਾਡੇ ਕੋਲੇ ਉਹਨਾਂ ਫਾਰਮਲ ਲੈਟਰਸ ਦੇ ਵਿੱਚੋਂ ਕਾਰ ਵਿਹਾਰ ਦਾ ਪੱਤਰ ਸਾਡੇ ਇਸ 10+2 ਦੀ ਲਾਜ਼ਮੀ ਪੰਜਾਬੀ ਦੇ ਵਿੱਚ ਕੰਟੈਂਟ ਵਜੋਂ ਹੈ। ਸੋ ਕਾਰ ਵਿਹਾਰ ਭਾਵ ਜਦੋਂ ਅਸੀਂ ਕੋਈ ਕੰਮਕਾਰ ਕਰ ਰਹੇ ਹਾਂ, ਜਿਵੇਂ ਕਿ ਇਹਦੇ 'ਚ ਮੰਨ ਲੈਂਦੇ ਹਾਂ ਕਿ ਤੁਸੀਂ ਬੈਂਕ ਦੇ ਨਾਲ ਕੋਈ ਲੋਨ ਲੈਣਾ ਹੈ, ਜਾਂ ਤੁਸੀਂ ਕਿਤਾਬਾਂ ਮੰਗਾਉਣੀਆਂ ਹਨ, ਜਾਂ ਤੁਸੀਂ ਕਿਸੇ ਆਫਿਸਰ ਤੋਂ, ਸਰਕਾਰੀ ਵਿਭਾਗ ਦੇ ਕਿਸੇ ਕਰਮਚਾਰੀ ਤੋਂ ਕੁਝ ਇਨਫੋਰਮੇਸ਼ਨ ਲੈਣੀ ਹੈ, ਤਾਂ ਉਦੋਂ ਅਸੀਂ ਇਹ ਚਿੱਠੀਆਂ ਲਿਖਦੇ ਹਾਂ। ਕਿਉਂਕਿ ਫਾਰਮਲ ਹੈ, ਸੋ ਇਹਦੇ ਵਿੱਚ ਕੁਝ ਕੁ ਚੀਜ਼ਾਂ ਹੈ, ਕੁਝ ਕੁ ਪਾਰਟ ਨੇ ਜੋ ਲੈਟਰ ਦਾ ਹਿੱਸਾ ਹੋਣਾ ਜ਼ਰੂਰੀ ਨੇ। ਉਹ ਆਪਾਂ ਹੁਣ ਗੱਲ ਕਰਦੇ ਹਾਂ ਉਹਦੇ ਬਾਰੇ। ਇਹ ਹੈ ਪੱਤਰ ਲਿਖਣ ਵਾਲੇ ਦਾ ਪਤਾ, ਫੋਨ ਨੰਬਰ ਅਤੇ ਈਮੇਲ। ਪੱਤਰ ਲਿਖਣ ਵਾਲਾ ਕੌਣ ਹੈ? ਤੁਸੀਂ ਹੋ, ਮੈਂ ਹਾਂ, ਜਿਸ ਨੇ ਜੋ ਪੱਤਰ ਲਿਖ ਰਿਹਾ ਹੈ। ਸੋ ਉਸ ਦਾ ਪਤਾ ਹੋਏਗਾ, ਪੂਰਾ ਫੋਨ ਨੰਬਰ ਹੋਏਗਾ ਅਤੇ ਈਮੇਲ ID ਜੇ ਹੈ ਤਾਂ। ਉਸ ਤੋਂ ਬਾਅਦ ਪੱਤਰ ਦਾ ਹਵਾਲਾ ਨੰਬਰ ਅਤੇ ਮਿਤੀ ਤਾਂ ਲਿਖਦੇ ਹਾਂ। ਹਵਾਲਾ ਨੰਬਰ ਦੀ ਗੱਲ ਆਪਾਂ ਅੱਗੇ ਜਾ ਕੇ ਕਰਾਂਗੇ। ਉਸ ਤੋਂ ਬਾਅਦ ਆਉਂਦਾ ਹੈ ਜਿਸ ਨੂੰ ਪੱਤਰ ਲਿਖਣਾ ਹੈ, ਭਾਵ ਜਿਸ ਦੇ ਨਾਲ ਅਸੀਂ ਇੰਟਰੈਕਟ ਕਰ ਰਹੇ ਹਾਂ ਚਿੱਠੀ ਦੇ ਥਰੂ, ਪੱਤਰ ਦੇ ਥਰੂ, ਉਸ ਦਾ ਪਤਾ ਲਿਖਣਾ ਹੈ। ਉਸ ਦੇ ਪਤੇ ਦੇ ਵਿੱਚ ਉਸ ਦਾ ਅਹੁਦਾ, ਕਿਉਂਕਿ ਕਿਸੇ ਕੰਪਨੀ ਦਾ ਡਾਇਰੈਕਟਰ ਹੈ, ਸਾਨੂੰ ਨਾਮ ਨਹੀਂ ਪਤਾ ਉਸ ਦਾ, ਸੋ ਅਸੀਂ ਉਸ ਦਾ ਅਹੁਦਾ, ਡਾਇਰੈਕਟਰ ਹੈ, ਮੈਨੇਜਰ ਹੈ, ਜਾਂ ਪ੍ਰਿੰਸੀਪਲ ਹੈ, ਜਾਂ ਡਿਪਟੀ ਕਮਿਸ਼ਨਰ ਹੈ ਨਾ। ਸੋ ਉਹ ਜੋ ਵੀ ਉਹਦਾ ਡੈਜ਼ਿਗਨੇਸ਼ਨ ਹੈ, ਅਹੁਦਾ ਹੈ, ਅਸੀਂ ਉਹ ਲਿਖਾਂਗੇ, ਔਰ ਉਸ ਦਾ ਐਡਰੈਸ, ਜਿੱਥੇ ਅਸੀਂ ਚਿੱਠੀ ਭੇਜਣੀ ਹੈ। ਫਿਰ ਪੱਤਰ ਦਾ ਵਿਸ਼ਾ, ਅਸੀਂ ਵਿਸ਼ਾ ਜ਼ਰੂਰ ਲਿਖਦੇ ਹਾਂ, ਕਿਉਂਕਿ ਵਿਸ਼ੇ ਦੇ ਨਾਲ ਪੱਤਰ ਬਾਰੇ ਪਤਾ ਲੱਗ ਜਾਂਦਾ ਕਿ ਪੱਤਰ ਐਗਜ਼ੈਕਟ ਕਿਸ ਚੀਜ਼ ਦੇ ਲਈ ਹੈ। ਸੰਬੋਧਨੀ ਸ਼ਬਦ ਜਿਵੇਂ ਸ਼੍ਰੀਮਾਨ, ਸ਼੍ਰੀਮਤੀ ਜੀ ਲਗਾਉਂਦੇ ਹਾਂ। ਫਿਰ ਉਸ ਤੋਂ ਬਾਅਦ ਪੱਤਰ ਦਾ ਵਿਸਥਾਰ, ਮੇਨ ਬੋਡੀ ਕੰਟੈਂਟ ਆਉਂਦਾ ਹੈ। ਉਸ ਤੋਂ ਬਾਅਦ ਸ਼ਿਸ਼ਟਾਚਾਰੀ ਸ਼ਬਦ, ਜਦੋਂ ਅਸੀਂ ਸਭ ਆਪਣੀ ਗੱਲ ਖਤਮ ਕਰ ਲੈਂਦੇ ਹਾਂ, ਉਸ ਤੋਂ ਬਾਅਦ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ। ਅਤੇ ਫਿਰ ਪੱਤਰ ਲਿਖਣ ਵਾਲੇ ਦਾ ਭਾਵ ਆਪਣਾ ਨਾਮ ਔਰ ਆਪਣੇ ਹਸਤਾਖਰ ਕਰਦੇ ਹਾਂ। ਹਾਂਜੀ, ਇਹ ਹੈ ਅਸੀਂ ਜੋ ਪਿੱਛੇ ਗੱਲਾਂ ਕਰਕੇ ਆਏ ਹਾਂ, ਉਹ ਲਿਖਣੀਆਂ ਕਿਵੇਂ ਨੇ। ਸਭ ਤੋਂ ਪਹਿਲੀ ਜਿਹੜੀ ਚੀਜ਼ ਮੈਂ ਇੱਥੇ ਡਿਸਕਸ ਕਰੂੰਗੀ, ਉਹ ਹੈ ਪੱਤਰ ਲਿਖਣ ਵਾਲੇ ਦਾ ਪਤਾ, ਫੋਨ ਨੰਬਰ ਅਤੇ ਈਮੇਲ। ਦੇਖੋ, ਨਾਮ, ਮਕਾਨ ਨੰਬਰ ਹੈ ਤੁਹਾਡਾ ਜਿੱਥੇ ਤੁਸੀਂ ਰਹਿ ਰਹੇ ਹੋ, ਜਾਂ ਗਲੀ ਨੰਬਰ ਹੈ, ਜਾਂ ਤੁਹਾਡੀ ਦੁਕਾਨ ਦਾ ਨੰਬਰ ਹੈ। ਜੇ ਤੁਸੀਂ ਦੁਕਾਨਦਾਰ ਹੋ ਔਰ ਕਿਸੇ ਵੱਡੀ ਦੁਕਾਨ ਤੋਂ ਸਮਾਨ ਮੰਗਵਾਉਣਾ ਹੈ, ਤਾਂ ਤੁਸੀਂ ਆਪਣੇ ਦੁਕਾਨ ਦਾ ਨੰਬਰ ਲਿਖੋਗੇ, ਗਲੀ ਨੰਬਰ ਲਿਖੋਗੇ। ਮੈਂ X ਪਾਇਆ ਹੋਇਆ ਹੈ, ਤੁਸੀਂ ਕੋਈ ਵੀ ਨੰਬਰ 3, 4, 5, 6 ਕੋਈ ਨੰਬਰ ਵੀ ਦੇ ਸਕਦੇ ਹੋ। ਉਸ ਤੋਂ ਬਾਅਦ ਪਿੰਡ ਅਤੇ ਡਾਕਖਾਨਾ, ਜਿਹੜਾ ਤੁਹਾਡਾ ਪਿੰਡ ਅਤੇ ਡਾਕਖਾਨਾ, ਜਿਹਨੂੰ VPO ਕਹਿ ਦਿੰਦੇ ਹਾਂ ਅਸੀਂ, ਉਹ ਇੱਥੇ ਆਏਗਾ। ਜੇ ਸ਼ਹਿਰ ਹੈ ਤਾਂ ਸ਼ਹਿਰ ਦਾ ਨਾਮ ਆਏਗਾ। ਫਿਰ ਤਹਿਸੀਲ, ਮੈਂ ਫੋਰ ਐਗਜ਼ਾਮਪਲ ਸ੍ਰੀ ਮੁਕਤਸਰ ਸਾਹਿਬ ਲਿਆ ਹੈ, ਔਰ ਜ਼ਿਲ੍ਹਾ ਵੀ ਸ੍ਰੀ ਮੁਕਤਸਰ ਸਾਹਿਬ। ਹੁਣ ਬੇਟੇ ਦੇਖੋ, ਜਿੱਥੇ ਮਕਾਨ ਨੰਬਰ ਹੈ ਜਾਂ ਗਲੀ ਨੰਬਰ, ਜਿੱਥੇ ਨੰਬਰ ਆਏਗਾ ਉੱਥੇ ਪਿੱਛੇ ਕੌਮਾ ਅਸੀਂ ਨਹੀਂ ਪਾਵਾਂਗੇ। ਪਿੰਡ ਅਤੇ ਡਾਕਖਾਨਾ, ਉੱਥੇ ਉਸ ਵੀ ਕੌਮਾ ਪਾਵਾਂਗੇ। ਤਹਿਸੀਲ ਲਿਖਣ ਤੋਂ ਬਾਅਦ ਵੀ ਕੌਮਾ ਆਏਗਾ। ਉਸ ਤੋਂ ਬਾਅਦ ਜ਼ਿਲ੍ਹਾ ਲਿਖਣ ਤੋਂ ਬਾਅਦ ਡੰਡੀ ਆਏਗੀ। ਸਾਡਾ ਐਡਰੈਸ ਇੱਥੇ ਖਤਮ ਹੋਇਆ। ਫਿਰ ਫੋਨ ਨੰਬਰ, ਆਪਣਾ ਤੁਸੀਂ ਫੋਨ ਨੰਬਰ, ਕਿਉਂਕਿ ਐਗਜ਼ਾਮ ਦੇ ਪੁਆਇੰਟ ਆਫ ਵਿਊ 'ਤੇ ਲਿਖ ਰਹੇ ਹਾਂ, ਸੋ ਅਸੀਂ ਨੰਬਰ ਐਗਜ਼ੈਕਟ ਨਹੀਂ ਲਿਖਣਾ ਹੁੰਦਾ।
सो तुसी कोई भी 9 तो बाद स्टार पाए हुए ने। उस बाद ईमेल है तो लिखो, नहीं है तो तुसी जिवें मैं इत्थे N स्टार पा के @yahoo.com पाया है @gmail.com ਜਿਹੜੀ ਤੁਹਾਨੂੰ ਜੇ ਹੈ ਈਮੇਲ ਆਈਡੀ ਤਾਂ ਤੁਸੀਂ ਇਉਂ ਪਾ ਸਕਦੇ ਹੋ। ਹੁਣ ਹੁੰਦਾ ਪੱਤਰ ਨੰਬਰ ਕੀ ਹੁੰਦਾ ਹੈ? ਕਿਉਂਕਿ ਤੁਹਾਡਾ ਕਾਰੋਬਾਰ ਹੈ, ਸੋ ਕਾਰੋਬਾਰ ਸਿਰਫ ਇੱਕ ਸੰਸਥਾ ਨਾਲ ਨਹੀਂ ਕਰ ਰਹੇ, ਤੁਸੀਂ ਅਨੇਕਾਂ ਸੰਸਥਾਵਾਂ ਨਾਲ ਕਰ ਰਹੇ ਹੋਵੋਗੇ। ਇੱਕ ਦਿਨ ਦੇ ਵਿੱਚ ਤੁਸੀਂ ਕਿੰਨੀਆਂ ਚਿੱਠੀਆਂ ਲਿਖ ਰਹੇ ਹੋਵੋਗੇ ਜਾਂ ਤੁਹਾਨੂੰ ਵਾਪਸ ਕਿੰਨੇ ਜਵਾਬ ਆ ਰਹੇ ਹੋਣਗੇ। ਸੋ ਜਿਸ ਸੰਸਥਾ ਨਾਲ ਤੁਸੀਂ ਚਿੱਠੀ ਦੇ ਥਰੂ ਗੱਲਬਾਤ ਕਰ ਰਹੇ ਹੋ, ਉਹਨਾਂ ਚਿੱਠੀਆਂ ਨੂੰ ਅਸੀਂ ਪਰਟੀਕੂਲਰ ਇੱਕ ਫਾਈਲ ਦੇ ਵਿੱਚ ਨੰਬਰ ਲਗਾ ਕੇ ਉਹਨਾਂ ਨੂੰ ਰੱਖਿਆ ਹੁੰਦਾ ਹੈ, ਤਾਂ ਜੋ ਅਸੀਂ ਨੈਕਸਟ ਟਾਈਮ ਜਦੋਂ ਅਸੀਂ ਉਸੇ ਫਰਮ ਨਾਲ ਇੰਟਰੈਕਟ ਕਰੀਏ ਤਾਂ ਉਸ ਫਾਈਲ ਦੇ ਵਿੱਚੋਂ ਹੀ ਚਿੱਠੀ ਕੱਢੀਏ ਔਰ ਉਸ ਦਾ ਹੀ ਜਵਾਬ ਲਈਏ ਜਾਂ ਜਵਾਬ ਦਈਏ। ਅਗਰ ਸਾਰੀਆਂ ਚਿੱਠੀਆਂ ਇੱਕ ਜਗ੍ਹਾ ਇਕੱਠੀਆਂ ਕਰ ਲਾਂਗੇ ਤਾਂ ਉਹ ਹੌਚ ਪੌਚ ਹੋ ਜਾਏਗਾ, ਗੁੰਮ ਜਾਏਗਾ ਸਮਾਨ, ਸਾਨੂੰ ਚਿੱਠੀ ਲੱਭਣ ਦੇ ਲਈ ਬਹੁਤ ਟਾਈਮ ਲਗਾਉਣਾ ਪਏਗਾ। ਸੋ ਅਸੀਂ ਕੀ ਹੈ, ਸਾਡੀਆਂ ਫਾਈਲਸ ਲੱਗੀਆਂ ਹੋਣਗੀਆਂ, ਫਾਈਲਸ ਦਾ ਨਾਮ ਹੋਏਗਾ, ਉਸ ਵਿੱਚੋਂ ਫਿਰ ਫਾਈਲ ਦਾ ਗਾਂ ਤੀਜੀ ਚਿੱਠੀ ਹੈ ਤੁਸੀਂ ਲਿਖ ਰਹੇ, ਜਾਂ ਚੌਥੀ ਚਿੱਠੀ ਹੈ ਤੁਸੀਂ ਲਿਖ ਰਹੇ, ਜਾਂ ਪੰਜਵੀਂ ਚਿੱਠੀ ਹੈ ਤੁਸੀਂ ਲਿਖ ਰਹੇ। ਜਿਵੇਂ ਮੈਂ ਇੱਥੇ ਲਿਖਿਆ ਹੈ, ਫਾਈਲ ਦਾ ਨਾਮ ਦਿੱਤਾ ਹੈ ਬੱਬਾ ਕੱਕਾ, ਕੋਈ ਵੀ ਤੁਸੀਂ ਫਾਈਲ ਦਾ ਨਾਮ ਤੁਸੀਂ ਦੇ ਸਕਦੇ ਹੋ। ਔਰ ਜਿਵੇਂ ਬੈਂਕ ਕਰਜ਼ਾ, ਜਿਵੇਂ ਮੈਂ ਇੱਥੇ ਲਿਖਿਆ ਹੈ ਬੱਬਾ ਕੱਕਾ ਲਿਖ ਕੇ ਫਾਈਲ ਦਾ ਨਾਮ ਦਿੱਤਾ, ਕੋਈ ਵੀ ਨਾਮ ਹੀ ਦੇ ਸਕਦੇ ਹੋ। ਔਰ ਫਿਰ ਚਿੱਠੀ ਦਾ ਨੰਬਰ ਕਿ 32ਵੀਂ ਮੇਰੀ ਇਹ ਚਿੱਠੀ ਜਿਹੜੀ ਮੈਂ ਉੱਥੇ ਲਿਖ ਰਹੀ ਹਾਂ। ਉਸ ਬਾਅਦ ਮਿਤੀ ਲਿਖਣ ਦਾ ਇੱਕ ਢੰਗ ਹੁੰਦਾ ਬੇਟੇ। ਪੰਜਾਬੀ ਦੇ ਵਿੱਚ ਅਸੀਂ ਪਹਿਲਾਂ ਤਰੀਕ ਲਿਖਦੇ ਹਾਂ, ਫਿਰ ਮਹੀਨੇ ਤੋਂ ਬਾਅਦ ਕੌਮਾ ਪਾ ਕੇ ਫਿਰ ਅਸੀਂ ਸਾਲ ਲਿਖਦੇ ਹਾਂ। ਧਿਆਨ ਰੱਖੋ ਕਿ ਅਸੀਂ फ़ोन ਨੰਬਰ ਤੋਂ ਬਾਅਦ ਕੁਛ ਨਾ ਕੌਮਾ ਪਾ ਰਹੇ ਹਾਂ, ਨਾ ਡੰਡੀ ਪਾ ਰਹੇ ਹਾਂ, ਨਾ ਈਮੇਲ ਆਈਡੀ ਤੋਂ ਬਾਅਦ, ਨਾ ਪੱਤਰ ਨੰਬਰ ਤੋਂ ਬਾਅਦ, ਔਰ ਨਾ ਹੀ ਅਸੀਂ ਮਿਤੀ ਤੋਂ ਬਾਅਦ। ਸੋ ਇਹ ਚੀਜ਼ ਜਿਹੜੀ ਐਡਰੈਸ ਲਿਖਣਾ ਹੈ, ਤੁਸੀਂ ਇਹ ਚੀਜ਼ ਦਾ ਖਿਆਲ ਰੱਖ ਕੇ ਲਿਖਣਾ ਹੈ। ਉਸ ਤੋਂ ਬਾਅਦ ਆਪਾਂ ਗੱਲ ਕੀਤੀ ਸੀ ਜਿਸ ਨੂੰ ਪੱਤਰ ਲਿਖਣਾ ਹੈ, ਜਿਵੇਂ ਕਿ ਤੁਸੀਂ ਆਪਣਾ ਕੰਮ ਸ਼ੁਰੂ ਕਰਨਾ ਚਾਹੁੰਦੇ ਹੋ ਔਰ ਬੈਂਕ ਦੇ ਮੈਨੇਜਰ ਨੂੰ ਚਿੱਠੀ ਲਿਖ ਰਹੇ ਹੋ ਕਿ ਉਹ ਤੁਹਾਨੂੰ ਜਿਹੜਾ ਬੈਂਕ ਵੱਲੋਂ ਦਿੱਤੇ ਜਾ ਰਹੇ ਕਰਜ਼ੇ ਆ ਉਹਦੇ ਬਾਰੇ ਉਹ ਤੁਹਾਨੂੰ ਗੱਲ ਦੱਸੇ, ਉਹਦੀਆਂ ਟਰਮਸ ਕੰਡੀਸ਼ਨਸ ਦੱਸੇ। ਸੋ ਇੱਥੇ ਅਸੀਂ ਸੇਵਾ ਵਿਖੇ ਸ਼ੁਰੂ ਕਰਾਂਗੇ। ਔਰ ਫਿਰ ਸ਼ਾਖਾ ਮੈਨੇਜਰ, ਸਾਨੂੰ ਮੈਨੇਜਰ ਦਾ ਨਾਮ ਨਹੀਂ ਪਤਾ, ਸੋ ਅਸੀਂ ਉਹਦਾ ਅਹੁਦਾ ਲਿਖਾਂਗੇ। ਬ੍ਰਾਂਚ, ਸ਼ਾਖਾ ਭਾਵ ਬ੍ਰਾਂਚ ਮੈਨੇਜਰ ਹੈ, ਮੇਨ ਬ੍ਰਾਂਚ ਹੈ ਤਾਂ ਮੇਨ ਮੈਨੇਜਰ ਲਿਖ ਸਕਦੇ ਹਾਂ। ਹੁਣ ਬੈਂਕ ਕੋਈ ਵੀ ਹੋ ਸਕਦਾ ਹੈ, ਸਟੇਟ ਬੈਂਕ ਆਫ ਇੰਡੀਆ, ਠੀਕ ਹੈ, ਮਲੋਟ ਰੋਡ, ਸ੍ਰੀ ਮੁਕਤਸਰ ਸਾਹਿਬ। ਹੁਣ ਬੇਟੇ ਧਿਆਨ ਰੱਖਣਾ ਹੈ ਕਿ ਜਿਹੜਾ ਬੈਂਕ ਤੁਹਾਡੇ ਸ਼ਹਿਰ ਵਾਲਾ ਹੀ ਹੋਊਗਾ। ਜੇ ਮੈਂ ਮੁਕਤਸਰ ਡਿਸਟ੍ਰਿਕਟ ਦੀ ਹਾਂ ਤਾਂ ਮੈਂ ਮੁਕਤਸਰ ਡਿਸਟ੍ਰਿਕਟ ਦੇ ਹੀ ਬੈਂਕ ਨੂੰ ਚਿੱਠੀ ਲਿਖੂੰਗੀ, ਉਹੀ ਮੇਰੇ ਨਾਲ ਇੰਟਰੈਕਟ ਕਰੇਗਾ। ਅਦਰਵਾਈਜ਼ ਹਾਂਜੀ। ਉਸ ਤੋਂ ਬਾਅਦ ਪੱਤਰ ਦਾ ਵਿਸ਼ਾ ਲਿਖਦੇ ਆ ਰਹੇ ਹੋ, ਕਿਉਂਕਿ ਸਿਰਫ ਤੁਸੀਂ ਹੀ ਬੈਂਕ ਨੂੰ ਜਾਂ ਤੁਸੀਂ ਹੀ ਕਿਸੇ ਸੰਸਥਾ ਨੂੰ ਚਿੱਠੀ ਨਹੀਂ ਲਿਖ ਰਹੇ, ਬਹੁਤ ਸਾਰੇ ਹੋਰ ਲੋਕ ਵੀ ਚਿੱਠੀ ਲਿਖ ਰਹੇ ਨੇ। ਸੋ ਆਪਣਾ ਵਿਸ਼ਾ ਲਿਖਣ ਦੇ ਨਾਲ ਅਸੀਂ ਆਪਣੀ ਗੱਲ ਕਲੀਅਰ ਕਰ ਸਕਦੇ ਹਾਂ ਕਿ ਜੀ ਮੈਂ ਇਸ ਸੰਬੰਧੀ ਇਹ ਚਿੱਠੀ ਲਿਖੀ ਹੋਈ ਹੈ। ਸੋ ਜਦੋਂ ਇਹ ਮੈਨੇਜਰ ਕੋਲ ਤੁਹਾਡੀ ਚਿੱਠੀ ਜਾਏਗੀ, ਮੈਨੇਜਰ ਉਸ ਨੂੰ ਵਿਸ਼ੇ ਤੋਂ ਉਸ ਨੂੰ ਦੇਖੇਗਾ ਔਰ ਜਿਸ ਅੱਗੇਗਾ ਬੈਂਕ ਦੇ ਕਰਮਚਾਰੀ ਨੂੰ ਮਾਰਕ ਕਰਨੀ ਹੈ, ਕੰਮ ਦਿੱਤਾ ਜਾਣਾ ਹੈ, ਜਾਂ ਜਿਹੜਾ ਕੋਈ ਕਰਜ਼ੇ ਨਾਲ ਡੀਲ ਕਰ ਰਿਹਾ ਹੈ ਵਿਅਕਤੀ, ਤਾਂ ਉਸ ਨੂੰ ਉਹ ਚਿੱਠੀ ਮਾਰਕ ਹੋ ਜਾਏਗੀ। ਉਸ ਤੋਂ ਬਾਅਦ ਹੈ ਸੰਬੋਧਨੀ ਸ਼ਬਦ। ਵਿਸ਼ੇ ਬਾਰੇ ਦੁਬਾਰਾ ਗੱਲ ਕਰ ਲਈਏ ਕਿ ਵਿਸ਼ਾ ਤੁਹਾਡੇ ਜੋ ਚਿੱਠੀ ਲੈਟਰ ਤੁਹਾਨੂੰ ਆਇਆ ਹੁੰਦਾ ਕੰਟੈਂਟ ਲਿਖਣ ਵਾਸਤੇ, ਉਹਦੇ ਵਿੱਚ ਹੀ ਤੁਹਾਨੂੰ ਤੁਹਾਡਾ ਵਿਸ਼ਾ ਮਿਲ ਜਾਂਦਾ ਹੈ। ਅਗਲੀ ਸਲਾਈਡ ਦੇ ਵਿੱਚ ਹੈ ਪੱਤਰ ਦਾ ਵਿਸਥਾਰ। ਹੁਣ ਵਿਸਥਾਰ ਦੇ ਵਿੱਚ ਅਸੀਂ ਕੀ ਲਿਖਣਾ ਹੈ? ਬੇਨਤੀ ਹੈ ਕਿ ਜੋ ਬੇਨਤੀ ਕਰਨਾ ਚਾਹੁੰਦੇ ਹੋ ਕਿ ਜਿਵੇਂ ਬੈਂਕ ਤੋਂ ਤੁਸੀਂ ਲੈਣੀ ਹੈ ਆਪਣੀ ਕਰਜ਼ਾ ਲੈਣਾ ਹੈ ਬੈਂਕ ਤੋਂ, ਬੇਨਤੀ ਹੈ ਕਿ ਮੈਂ ਆਪ ਜੀ ਦੇ ਬੈਂਕ ਤੋਂ ਕਰਜ਼ਾ ਲੈਣਾ ਚਾਹੁੰਦਾ ਹਾਂ। ਮੈਂ ਫਿਰ ਕਰਜ਼ਾ ਜਿਵੇਂ ਲੈਣਾ ਹੋਵੇ ਤਾਂ ਉਹ ਕਿਸੇ ਖਾਸ ਹਰ ਇੱਕ ਨੂੰ ਬੈਂਕ ਕਰਜ਼ਾ ਮੇ ਵੀ ਨਾ ਦੇਵੇ। ਸੋ ਤੁਹਾਡੀਆਂ ਆਪਣੀ ਯੋਗਤਾ ਅਤੇ ਸਮਰੱਥਾ ਤੁਸੀਂ ਆਪਣੀ ਜ਼ਰੂਰ ਦੱਸੋਗੇ। ਜਿਵੇਂ ਆਪਾਂ ਇੱਥੇ ਗੱਲ ਕਰੀਏ, ਪਹਿਲਾਂ ਤੁਸੀਂ ਆਪਣੀ ਯੋਗਤਾ ਅਤੇ ਸਮਰੱਥਾ ਦੱਸੋਗੇ ਕਿਸੇ ਕਿਸਮ ਦੀ ਵੀ। ਬੈਂਕ ਤੋਂ ਕਰਜ਼ਾ ਲੈਣਾ ਹੈ ਤਾਂ ਅਸੀਂ ਯੋਗਤਾ ਅਤੇ ਸਮਰੱਥਾ ਦੱਸਾਂਗੇ ਕਿ ਮੈਂ ਇੰਨਾ ਪੜ੍ਹਿਆ ਲਿਖਿਆ ਹਾਂ, ਮੇਰੇ ਕੋਲ ਇੰਨਾ ਕੁਝ ਹੋਰ ਪੈਸਾ ਵੀ ਹੈ, ਔਰ ਮੇਰੇ ਕੋਲ ਕੰਮਕਾਰ ਸ਼ੁਰੂ ਕਰਨ ਦੇ ਲਈ ਮੇਰੇ ਕੋਲ ਇੰਨੀ ਜਗ੍ਹਾ ਹੈ, ਦੁਕਾਨ ਸ਼ੁਰੂ ਕਰਨੀ ਹੈ ਤਾਂ ਦੁਕਾਨ ਹੈ ਪਾਈ ਹੋਈ ਹੈ, ਉਹਦੇ ਵਿੱਚ ਸਮਾਨ ਲਿਆ ਕੇ ਰੱਖਣ ਵਾਸਤੇ ਮੈਨੂੰ ਕਰਜ਼ਾ ਚਾਹੀਦਾ ਹੈ। ਸੋ ਇਹ ਤੁਸੀਂ ਪਹਿਲਾਂ ਆਪਣੇ ਬਾਰੇ ਦੱਸੋਗੇ ਕਿ ਤੁਸੀਂ ਕੌਣ ਹੋ। ਉਸ ਤੋਂ ਬਾਅਦ
ਜੋ ਤੁਸੀਂ ਉਹਨਾਂ ਤੋਂ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ। ਮੈਂ ਪੁਆਇੰਟ 1.2 ਲਿਖਿਆ ਹੋਇਆ ਹੈ, ਪੁਆਇੰਟਸ ਦੇ ਵਿੱਚ ਆਨਸਰ ਬੇਟੇ ਜ਼ਰੂਰ ਦੇ ਸਕਦੇ ਹੋ। ਔਰ ਜੋ ਜਾਣਕਾਰੀ ਚਾਹੀਦੀ ਹੈ ਉਹ ਐਗਜ਼ੈਕਟ ਤੁਸੀਂ ਪੁਆਇੰਟ ਦੇ ਵਿੱਚ ਲਿਖ ਕੇ ਪੁੱਛ ਸਕਦੇ ਹੋ ਕਿ ਮੈਨੂੰ ਬੈਂਕ ਵੱਧ ਤੋਂ ਵੱਧ ਕਰਜ਼ਾ ਕਿੰਨਾ ਦੇਗਾ, ਉਸਦੀ ਵਿਆਜ ਦਰ ਕੀ ਹੋਏਗੀ, ਬੈਂਕ ਦਾ ਕਰਜ਼ਾ ਕਿੰਨੇ ਸਮੇਂ ਲਈ ਮਿਲ ਸਕਦਾ ਹੈ, ਔਰ ਇਸ ਨੂੰ ਵਾਪਸ ਕਰਨ ਦਾ ਕੀ ਸਾਧਨ ਹੋਏਗਾ। ਠੀਕ ਹੈ। ਔਰ ਮੈਨੂੰ ਕਿਹੜੇ ਡਾਕੂਮੈਂਟਸ ਜਿਹੜੇ ਡਾਕੂਮੈਂਟਸ ਚਾਹੀਦੇ ਨੇ ਵੈਰੀਫਿਕੇਸ਼ਨ ਦੇ ਲਈ, ਉਹ ਕਿਹੜੇ ਚਾਹੀਦੇ ਨੇ, ਉਹ ਤੁਸੀਂ ਸਪਸ਼ਟ 1.2 3 4 5 6 7 ਪੁਆਇੰਟ ਪਾ ਕੇ ਤੁਸੀਂ ਇਹਦੇ ਵਿੱਚ ਲਿਖ ਸਕਦੇ ਹੋ। ਉਸ ਤੋਂ ਬਾਅਦ ਤੁਸੀਂ ਧੰਨਵਾਦ ਕਰੋਗੇ, ਜਿਵੇਂ ਕਿ ਸ਼ਿਸ਼ਟਾਚਾਰੀ ਸ਼ਬਦ ਲਿਖੋਗੇ। ਔਰ ਇਹਦੇ ਵਿੱਚ ਸਭ ਤੋਂ ਜਿਹੜੀ ਇੰਪੋਰਟੈਂਟ ਗੱਲ ਹੈ, ਕਿਉਂਕਿ ਇਹ ਨਿੱਜੀ ਪੱਤਰ ਨਹੀਂ ਹੈ, ਸੋ ਇਹਦੇ ਵਿੱਚ ਤੁਸੀਂ ਇਹ ਨਹੀਂ ਕਰੋਗੇ ਕਿ ਤੁਸੀਂ ਪੁੱਛੋਗੇ ਹੋਰ ਮੈਨੇਜਰ ਸਾਹਿਬ ਕੀ ਹਾਲ ਹੈ, ਠੀਕ ਹੈ ਜੀ, ਇਸ ਤਰ੍ਹਾਂ ਦਾ ਕੁਝ ਵੀ ਤੁਸੀਂ ਇਹਦੇ ਵਿੱਚ ਇਨਫੋਰਮਲ ਕੁਝ ਵੀ ਇਹਦੇ ਵਿੱਚ ਨਹੀਂ ਲਿਖੋਗੇ। ਟੂ ਦਾ ਪੁਆਇੰਟ ਲਿਖੋਗੇ ਔਰ ਟੂ ਦਾ ਪੁਆਇੰਟ ਹੀ ਤੁਸੀਂ ਉਹਨਾਂ ਤੋਂ ਜਾਣਕਾਰੀ ਲਓਗੇ। ਇਸ ਤੋਂ ਅਗਲੀ ਸਲਾਈਡ ਹੈ ਬੇਟੇ ਸ਼ਿਸ਼ਟਾਚਾਰੀ ਸ਼ਬਦ। ਇਹਦੇ ਵਿੱਚ ਆਪ ਜੀ ਦੀ ਹਿਤੂ, ਆਪ ਜੀ ਦਾ ਹਿਤੂ, ਆਪ ਜੀ ਦਾ ਵਿਸ਼ਵਾਸ ਪਾਤਰ। ਆਗਿਆਕਾਰ ਨਹੀਂ ਲਿਖਾਂਗੇ। ਆਗਿਆਕਾਰ ਲਿਖਦੇ ਹੁੰਦੇ ਆ ਜਦੋਂ ਤੁਸੀਂ ਆਪਣੇ ਬੌਸ, ਆਪਣੇ ਟੀਚਰ ਜਿਹਦੇ ਅਧੀਨ ਤੁਸੀਂ ਕੰਮ ਕਰ ਰਹੇ ਹੋ, ਆਪਦੇ ਪ੍ਰਿੰਸੀਪਲ, ਉਹਦੇ ਤੁਸੀਂ ਆਗਿਆ ਦੇ ਵਿੱਚ ਹੋ ਔਰ ਇਹਦੇ ਨਾਲ ਤੁਸੀਂ ਬਰਾਬਰ ਦੇ ਤੌਰ 'ਤੇ ਵਿਚਰ ਰਹੇ ਹੋ। ਸੋ ਆਪ ਜੀ ਦਾ ਹਿਤੂ, ਆਪ ਜੀ ਦਾ ਵਿਸ਼ਵਾਸ ਪਾਤਰ ਲਿਖ ਸਕਦੇ ਹੋ, ਆਪਣਾ ਨਾਮ ਔਰ ਹਸਤਾਖਰ। ਸੋ ਇਹ ਅੰਗ ਸੀਗੇ ਕਾਰ ਵਿਹਾਰ ਦੇ ਪੱਤਰ ਦੇ। ਇਸ ਤੋਂ ਅਗਲੀ ਸਲਾਈਡ ਮੈਂ ਸਾਰੀਆਂ ਸਲਾਈਡਸ ਨੂੰ ਇਕੱਠਾ ਕਰਕੇ ਇੱਕ ਮਰਜ ਕਰ ਦਿੱਤੀ ਹੈ ਸਲਾਈਡ ਕਿ ਸਾਡੀ ਲੈਟਰ ਅਸਲ ਦੇ ਵਿੱਚ ਕਿਸ ਤਰ੍ਹਾਂ ਦੀ ਦਿਖਾਈ ਦੇਗੀ। ਹਾਂ, ਇਹਦੇ ਵਿੱਚ ਬੇਟੇ ਸਭ ਤੋਂ ਪਹਿਲਾਂ ਆ ਗਿਆ ਹੈ ਹਾਂਜੀ ਆਪਣਾ ਐਡਰੈਸ। ਹੁਣ ਦੇਖੋ ਆਪਣਾ ਐਡਰੈਸ ਜਿਹੜਾ ਲਿਖ ਰਹੇ ਹਾਂ ਉਹ ਬਿਲਕੁਲ ਜਿਹੜੀ ਇਹਨੂੰ ਜਸਟੀਫਾਈ ਕੀਤਾ ਗਿਆ ਹੈ ਉਹ ਇਸ ਸਾਈਡ ਤੋਂ ਕੀਤਾ ਗਿਆ ਹੈ। ਵਾਧਾ ਜਿਹੜਾ ਹੈ ਲਾਈਨ ਦਾ ਉਹ ਇਧਰਲੀ ਸਾਈਡ ਤੇ ਦੇਖੋ, ਇਧਰ ਉੱਪਰ ਨੀਚੇ ਨੇ, ਅੱਗੇ ਪਿੱਛੇ ਨੇ, ਪਰ ਜਿਹੜਾ ਜਸਟੀਫਿਕੇਸ਼ਨ ਆ ਉਹ ਇਸ ਸਾਈਡ ਤੋਂ ਕਰਨੀ ਹੈ ਤੁਸੀਂ। ਔਰ ਜਿਵੇਂ ਪੂਰੀ ਇਸ ਚੀਜ਼ ਨੂੰ ਅਸੀਂ ਇੱਕ ਪੂਰਾ ਪੇਜ ਮੰਨ ਲਈਏ ਤਾਂ ਪੇਜ ਦੇ ਤੁਸੀਂ ਬਿਲਕੁਲ ਜਿਹੜੀ ਇਸੇ ਪੇਜ ਦੇ ਜਿਵੇਂ ਮੇਰੇ ਹੱਥ ਬਿਲਕੁਲ ਸੱਜੇ ਹੱਥ ਤੁਸੀਂ ਆਪਣਾ ਐਡਰੈਸ ਲਿਖੋਗੇ। ਉਸ ਤੋਂ ਬਾਅਦ ਸੇਵਾ ਵਿਖੇ ਸਭ ਤੋਂ ਪੇਜ ਦੇ ਸਭ ਤੋਂ ਖੱਬੇ ਪਾਸੇ ਇੱਥੇ ਆਏਗਾ। ਉਸ ਤੋਂ ਬਾਅਦ ਜਿਸ ਨੂੰ ਚਿੱਠੀ ਲਿਖ ਰਹੇ ਹਾਂ ਉਹ ਐਡਰੈਸ ਵੀ ਜਸਟੀਫਾਈ ਕਰਕੇ ਲਿਖਿਆ ਹੋਇਆ ਹੈ ਇਸ ਸਾਈਡ ਤੋਂ। ਇਧਰਲੇ ਪਾਸੇ ਵਾਧਾ ਘਾਟਾ ਹੋ ਰਿਹਾ, ਕੋਈ ਪ੍ਰੋਬਲਮ ਨਹੀਂ ਹੈ। ਇਹਨੂੰ ਸੈਂਟਰ ਦੇ ਵਿੱਚ ਰੱਖੋਗੇ। ਐਡਰੈਸ ਤੁਹਾਡਾ ਇੱਧਰ, ਸੇਵਾ ਵਿਖੇ ਇੱਧਰ, ਇਹ ਐਡਰੈਸ ਸੈਂਟਰ ਦੇ ਵਿੱਚ ਜਿਸ ਨੂੰ ਤੁਸੀਂ ਚਿੱਠੀ ਲਿਖ ਰਹੇ ਹੋ। ਉਸ ਤੋਂ ਬਾਅਦ ਆਏਗਾ ਆਪਣਾ ਵਿਸ਼ਾ। ਵਿਸ਼ੇ ਤੋਂ ਬਾਅਦ ਆਏਗਾ ਮੇਨ ਕੰਟੈਂਟ, ਠੀਕ ਹੈ ਜੀ। ਉਸ ਤੋਂ ਬਾਅਦ ਆਪਣਾ ਧੰਨਵਾਦੀ ਸ਼ਬਦ ਆਏਗਾ। ਉਸ ਤੋਂ ਬਾਅਦ ਸ਼ਿਸ਼ਟਾਚਾਰੀ ਸ਼ਬਦ ਆਏਗਾ। ਸੋ ਜਿਹੜੀ ਤੁਹਾਡੀ ਲਿਖਤ ਹੋਏਗੀ ਚਿੱਠੀ ਦੀ ਉਹ ਇਸ ਤਰੀਕੇ ਨਾਲ ਹੋਏਗੀ। ਇਸ ਤਰੀਕੇ ਨਾਲ ਤੁਹਾਡੀ ਜਿਹੜੀ ਚਿੱਠੀ ਹੈ ਉਹ ਲਿਖੀ ਜਾਏਗੀ। ਔਰ ਧਿਆਨ ਰੱਖਣਾ ਹੈ ਕਿ ਜੋ ਸਾਡਾ ਚਿੱਠੀ ਦਾ ਵਿਸਥਾਰ ਹੈ ਉਹ ਬਹੁਤ ਜ਼ਿਆਦਾ ਡਿਟੇਲਡ ਨਹੀਂ ਹੋਣਾ ਚਾਹੀਦਾ। ਟੂ ਦਾ ਪੁਆਇੰਟ ਗੱਲ ਕਰਨੀ ਹੈ। ਜੋ ਤੁਹਾਡੀ ਆਪਣੀ ਗੱਲ ਹੈ ਉਹ ਕਹੋ। ਜੋ ਤੁਸੀਂ ਪੁੱਛਣਾ ਚਾਹੁੰਦੇ ਹੋ, ਕੁਝ ਮੰਗਾਉਣਾ ਚਾਹੁੰਦੇ ਹੋ ਤਾਂ ਉਹ ਟੂ ਦਾ ਪੁਆਇੰਟ ਔਰ ਪੁਆਇੰਟਸ ਦੇ ਵਿੱਚ ਲਿਖੋਗੇ ਤਾਂ ਬਿਹਤਰ ਹੋਏਗਾ। ਸੋ ਇਹ ਸੀ ਕਾਰ ਵਿਹਾਰ ਦੇ ਪੱਤਰ ਸੰਬੰਧੀ ਗੱਲਬਾਤ। ਸੋ ਉਮੀਦ ਕਰਦੀ ਹਾਂ ਕਿ ਤੁਸੀਂ ਇੰਨੀਆਂ ਗੱਲਾਂ ਨੂੰ ਸਮਝ ਗਏ ਹੋਵੋਗੇ। ਤੋਂ ਅਗਲੇ ਜਿਹੜਾ ਲੈਕਚਰ ਹੋਏਗਾ, ਅਗਲੇ ਲੈਕਚਰ ਦੇ ਵਿੱਚ ਆਪਾਂ ਜਿਹੜੀ ਤੁਹਾਡੀ ਪਾਠ ਪੁਸਤਕ ਦੇ ਵਿੱਚ ਟੈਕਸਟ ਦੇ ਵਿੱਚ ਚਿੱਠੀ ਆਈ ਹੈ ਹੋਏਗੀ ਪਹਿਲੀ, ਉਸ ਦੇ ਬਾਰੇ ਆਪਾਂ ਡਿਸਕਸ ਕਰਾਂਗੇ। ਸੋ ਥੈਂਕ ਯੂ ਬੇਟੇ।